ਨਾਮ ਵਾਹਿਗੁਰੂ ਸਾਹਿਬ ਜੀ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਅੰਦਲੇ ਤਿਰ ਪਵਨ ਸੂਜਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਕੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਮਹਿਮਾ ਸਾਧੂ ਸੰਗ ਕੀ, ਸੁਨੋ ਮੇਰੇ ਮੀਤਾ। ਮੈਲ ਕੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਤਿੰਨਾਂ ਦੇ ਨਿਰਮਲ ਜੀਵਨ ਦੀ ਜੋ ਸਾਖੀ ਹੈ, ਇਤਿਹਾਸ ਹੈ, ਗੁਰਮਤਿ ਸੰਗੀਤ ਅਕੈਡਮੀ ਵਿੱਚ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਦਰਬਾਰ ਵਿੱਚ ਬੈਠ ਕਰਕੇ ਮਹਾਂਪੁਰਖਾਂ ਦਾ ਇਤਿਹਾਸ ਸਰਵਣ ਕਰਦੇ ਹੋ ਜੀਵਨ ਦਾ। ਕੱਲ ਆਪ ਜੀ ਨੇ ਸਰਵਣ ਕੀਤਾ ਕਿ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਘੜਿਆਲ ਤੋਂ ਸ਼ਿਮਲੇ ਗਏ ਹਨ। ਨਾਭਾ ਹਾਊਸ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਪਹੁੰਚ ਗਏ ਹਨ, ਜਿੱਥੇ ਗ੍ਰੰਥੀ ਸਿੰਘ ਹਨ ਭਾਈ ਚੰਦਾ ਸਿੰਘ ਜੀ, ਜਿਨ੍ਹਾਂ ਦੇ ਪਾਸ ਮਹਾਂਪੁਰਖ ਜਾ ਕੇ ਰਹਿਣਾ ਕੀਤਾ ਹੈ। ਉੱਥੇ ਰਹਿ ਕਰਕੇ ਕਿਸੇ ਨਾਲ ਬਹੁਤਾ ਅਜੇ ਵਾਕਫੀ ਨਹੀਂ ਹੈ, ਨਾ ਕੋਈ ਬਹੁਤਾ ਜਾਣਦਾ ਹੈ। ਇੱਥੇ ਗੁਰਦੁਆਰਾ ਸਾਹਿਬ ਰਹਿ ਕਰਕੇ ਸੇਵਾ ਕਰਦੇ ਹਨ। ਤੇ ਜੋ ਸ੍ਰੀ ਸਹਿਜ ਪਾਠ ਜੀ ਘੜਿਆਲ ਵਿਖੇ ਆਰੰਭ ਕੀਤੇ ਸਨ ਜਲੰਧਰ ਜ਼ਿਲ੍ਹੇ ਵਿੱਚ, ਉਹੀ ਜਾ ਕਰਕੇ ਤੇ ਸ਼ਿਮਲੇ ਵੀ ਲੜੀ ਆਰੰਭ ਰੱਖੀ ਹੈ। ਸ਼ਿਮਲੇ ਜਾ ਕਰਕੇ ਵੀ ਸ੍ਰੀ ਸਹਿਜ ਪਾਠ ਜੀ ਗਰਮੀਆਂ ਦੇ ਦਿਨਾਂ ਵਿੱਚ ਆਪ ਜੀ ਨੇ ਜਾਰੀ ਰੱਖੇ ਹਨ। 2 ਸਾਲ ਇੱਥੇ ਲਗਾਤਾਰ ਸ੍ਰੀ ਸਹਿਜ ਪਾਠ ਜੀ ਦੇ ਜਾਪ ਕੀਤੇ ਨੇ। ਹੁਣ ਤੀਸਰੇ ਸਾਲ ਵਿੱਚ ਗਰਮੀਆਂ 'ਚ ਸਰੀਰ ਨੂੰ ਬਹੁਤੀ ਗਰਮੀ ਤਿੜਕਣ ਦਾ ਕਰਕੇ ਸਰੀਰ ਮਹਾਂਪੁਰਖ ਸ਼ਿਮਲੇ ਚਲੇ ਗਏ ਹਨ। ਹੁਣ ਉਹ ਤੋਂ ਦਿੱਲੀ ਦੇ ਜਿੰਨੇ ਵੀ ਅਫਸਰ ਸੀਗੇ ਉਹ ਇੱਥੇ ਸ਼ਿਮਲੇ ਨਾਭੇ ਹਾਊਸ ਰਹਿੰਦੇ ਸਨ, ਤੇ ਉਹਨਾਂ ਨੇ ਸਲਾਹ ਕੀਤੀ ਹੈ ਵੀ ਗਰਮੀਆਂ ਦੇ ਦਿਨ ਇੱਥੇ ਬਤੀਤ ਕਰਦੇ ਸਨ। ਤੇ ਉਸ ਵੇਲੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਇੱਥੇ ਬੁਲਾਇਆ ਜਾਵੇ। ਉਹ ਆ ਕਰਕੇ ਸੰਗਤਾਂ ਨੂੰ ਦੀਵਾਨ ਸਜਾ ਕੇ ਕਥਾ ਕੀਰਤਨ ਰਾਹੀਂ ਨਿਹਾਲ ਕਰਨ, ਨਾਲੇ ਉਹਨਾਂ ਦੇ ਦਰਸ਼ਨ ਕਰੀਏ। ਇਹ ਵਿਚਾਰ ਜਿਹੜੀ ਹੈ ਇਹ ਉੱਥੋਂ ਦੇ ਪ੍ਰਬੰਧਕਾਂ ਨੇ ਬਣਾਈ ਹੈ। 3 ਮੁਖੀ ਪ੍ਰਬੰਧਕ, ਇੱਕ ਬਾਬਾ ਕਰਮ ਸਿੰਘ, ਇੱਕ ਸਰਦਾਰ ਵਿਸਾਖਾ ਸਿੰਘ ਤੇ ਸਰਦਾਰ ਖਜਾਨ ਸਿੰਘ, 3 ਜਾਣਿਆਂ ਨੇ ਜਾਣ ਵਾਸਤੇ ਡਿਊਟੀ ਲਾਈ ਹੈ ਪ੍ਰਬੰਧਕਾਂ ਨੇ। ਇਹ ਤਿੰਨੇ ਬੜੇ ਅਮੀਰ ਆਦਮੀ ਹਨ। ਤੇ ਨਾਲ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਚੱਲ ਪਏ ਇਹਨਾਂ ਦੇ ਵੀ ਚਲੋ ਅਸੀਂ ਵੀ ਹੋਣੇ ਆ ਮਹਾਂਪੁਰਖਾਂ ਦੇ ਕੋਲੋਂ, ਨਾਲੇ ਉਹਨਾਂ ਨੂੰ ਲੈ ਕੇ ਆਉਣੇ ਆ। ਤੇ ਜਦੋਂ ਇੱਥੋਂ ਚੱਲੇ ਗਾੜੀ ਸੰਤ ਬਾਬਾ ਜੀ ਮੁਹੇਰਨੇ ਪਿੰਡ ਵਿੱਚ ਸਨ। ਬਾਹਰ ਜੰਗਲ ਦੇ ਵਿੱਚ ਮਹਾਂਪੁਰਖਾਂ ਨੂੰ ਇੱਕ ਕੁਟੀਆ ਬਣਾ ਕੇ ਦਿੱਤੀ ਹੈ ਸੰਗਤਾਂ ਨੇ। ਉੱਚੇ ਥਾਂ 'ਤੇ ਉੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਤੇ
ਅੰਮ੍ਰਿਤ ਵੇਲੇ ਤੋਂ ਹੀ ਉੱਤੇ ਗੁਰਬਾਣੀ ਦਾ ਜਾਪ, ਨਿਤਨੇਮ ਦਾ ਜਾਪ, ਉਪਰੰਤ ਸੰਤ ਜੀ ਆਪ ਨਾਲ ਬੈਠ ਕਰਕੇ ਸੰਗਤਾਂ ਦੇ ਕੀਰਤਨ ਕਰਦੇ ਹਨ। 5 ਵਜੇ ਅੰਮ੍ਰਿਤ ਵੇਲੇ ਸਮਾਪਤੀ ਕਰਕੇ ਅਰਦਾਸ ਤੋਂ ਉਪਰੰਤ ਮੁੱਖ ਵਾਕ ਪੜ੍ਹ ਕੇ ਕਥਾ ਹੁੰਦੀ ਹੈ। ਉਪਰੰਤ ਸੰਗਤਾਂ ਆਪਣੇ ਘਰਾਂ ਨੂੰ ਚਲੇ ਜਾਂਦੀਆਂ ਹਨ। ਸ਼ਾਮ ਦੇ ਸਮੇਂ ਫਿਰ ਆਉਂਦੀਆਂ ਹਨ। ਇੱਥੇ ਪੁੱਛਦੇ ਪਛਾਉਂਦੇ ਇਹ ਪਹੁੰਚ ਗਏ ਹਨ। ਅਜੇ ਦੂਰ ਹੀ ਤੁਰੇ ਆਉਂਦੇ ਸੀਗੇ ਤੇ ਬਾਬਾ ਅਤਰ ਸਿੰਘ ਸਾਹਿਬ ਜੀ ਦੀਆਂ ਅੱਖਾਂ ਉਸ ਵੇਲੇ ਦੁਖਦੀਆਂ ਸਨ ਤੇ ਗਰਮੀ ਦੇ ਵਿੱਚ ਉੱਤੇ ਹਰੀ ਪੱਟੀ ਬੰਨੀ ਹੋਈ ਹੈ ਅੱਖਾਂ ਦੇ ਉੱਤੇ, ਤੇ ਅਜੇ ਦੂਰ ਹੀ ਸਨ ਤੇ ਮਹਾਂਪੁਰਖਾਂ ਨੇ ਕਹਿਤਾ ਭਾਈ ਗੁਰਬਖਸ਼ ਸਿੰਘ ਜੀ ਆ ਗਏ ਹੋ, ਨਾਲੇ ਸਰਦਾਰ ਵੀ ਆਏ ਹਨ। ਤੇ ਇਹ ਬੜੇ ਹੈਰਾਨ ਹੋਏ ਵੀ ਅੱਖਾਂ ਦੇ ਉੱਤੇ ਵੀ ਪੱਟੀ ਹੈ ਤੇ ਹੈ ਵੀ ਅਸੀਂ ਦੂਰ, ਤੇ ਮਹਾਂਪੁਰਖਾਂ ਨੇ ਦੂਰੋਂ ਹੀ ਬਚਨ ਕਰ ਦਿੱਤਾ ਹੈ ਵੀ ਭਾਈ ਗੁਰਬਖਸ਼ ਸਿੰਘ ਜੀ ਆ ਰਹੇ ਹੋ। ਜੀ ਆਇਆਂ ਨੂੰ ਕਹਿੰਦੇ ਬਹਿ ਜਾਓ, ਪਰ ਜਿਹੜੇ ਕੰਮ ਤੁਸੀਂ ਆਏ ਹੋ ਨਾ ਕਿ ਅਸੀਂ ਤੁਹਾਡੇ ਨਾਲ ਚਲੇ ਜਾਵਾਂਗੇ, ਅਸੀਂ ਜਾ ਨਹੀਂ ਸਕਦੇ, ਸਾਡਾ ਅਜੇ ਇਸ ਵੇਲੇ ਜਾਣਾ ਠੀਕ ਨਹੀਂ ਹੈ। ਇੱਕ ਤੇ ਅੱਖਾਂ ਜਿਹੜੀਆਂ ਹਨ ਉਹ ਗਰਮੀ ਹੈ ਤੇ ਅੱਖਾਂ ਦਾ ਕਰਕੇ ਦਰਦ ਕਰਦੀਆਂ ਹਨ, ਪੀੜ ਕਰਦੀਆਂ ਹਨ, ਤੇ ਦੂਜਾ ਅਸੀਂ ਇੱਥੇ ਕੁਝ ਸਮਾਂ ਇਕਾਂਤ ਵਿੱਚ ਰਹਿਣਾ ਚਾਹੁੰਦੇ ਹਾਂ ਵੀ ਉੱਥੇ ਕੋਈ ਬਹੁਤੀ ਸੰਗਤ ਨਹੀਂ ਸੀ, ਬਾਹਰ ਵਾਲੀ ਨੂੰ ਪਤਾ ਤੇ ਅਜੇ ਨਹੀਂ ਸੀ ਜ਼ਿਆਦਾ ਆਉਂਦੀ, ਕਿਉਂਕਿ ਮਹਾਂਪੁਰਖਾਂ ਦੇ ਸਥਾਨ 'ਤੇ ਸੰਗਤ ਬਹੁਤ ਆਉਂਦੀ ਸੀ ਨਾ। ਇੱਥੇ ਅਜੇ ਉਨੀ ਸੰਗਤ ਨਹੀਂ ਆਉਂਦੀ, ਲਾਗੇ ਲਾਗੇ ਜਿਹੜੇ ਪਿੰਡਾਂ ਵਾਲਿਆਂ ਨੂੰ ਪਤਾ ਉਹੀ ਆਉਂਦੇ ਆ, ਬਾਹਰੋਂ ਸੰਗਤ ਨਹੀਂ ਆਉਂਦੀ ਅਜੇ। ਤੇ ਉਹ ਕਹਿੰਦੇ ਵੀ ਅਸੀਂ ਇਕਾਂਤ ਵਿੱਚ ਕੁਝ ਸਮਾਂ ਰਹਿਣਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਨਹੀਂ ਆ ਸਕਦੇ ਅਜੇ, ਅਸੀਂ ਇਹ ਦਿਨ ਇੱਥੇ ਬਤੀਤ ਕਰਨਾ ਚਾਹੁੰਦੇ ਹਾਂ। ਸੋ ਇੱਦਾਂ ਸਾਨੂੰ ਜਾਣ ਵਾਸਤੇ ਆਖਿਓ ਵੀ ਨਾ, ਹੱਠ ਨਾ ਕਰਿਓ। ਤੇ ਹੁਣ ਇਹਨਾਂ ਨੇ ਕੀ ਕਹਿਣਾ ਸੀ, ਕਹਿੰਦਾ ਜੀ 7 ਵਜਨ ਜੀ ਆਪ ਜੀ ਦੀ ਰਜਾ ਮਹਾਂਪੁਰਖੋ ਜਿਵੇਂ ਕਹੋ। ਇੱਦਾਂ ਕਹਿ ਕੇ ਬੈਠ ਗਏ, ਪਰ ਹੋ ਨਿੰਮੋ ਝਾਣੇ ਜੇ ਗਏ ਵੀ ਜਿਹੜੇ ਕੰਮ ਆਏ ਉਹ ਤੇ ਆਉਂਦਿਆਂ ਹੀ ਜਵਾਬ ਮਿਲ ਗਿਆ। ਰਾਤ ਰਹੇ, ਸ਼ਾਮ ਨੂੰ ਪ੍ਰਸ਼ਾਦਾ ਆਇਆ ਉਹ ਛਕਿਆ ਹੈ, ਸਵੇਰ ਹੋਈ ਹੈ, ਅੰਮ੍ਰਿਤ ਵੇਲੇ ਦੀਵਾਨ ਸੱਜਿਆ, ਤੇ ਜਦੋਂ ਸਵੇਰੇ 5 ਵਜੇ ਸਮਾਪਤੀ ਹੋਣ ਲੱਗੀ ਨਾ, ਕੀਰਤਨ ਆਸਾ ਜੀ ਦੀ ਵਾਰ ਦਾ ਹੋਇਆ। ਉਪਰੰਤ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਅਰਦਾਸ ਕਰਕੇ ਮਹਾਂਪੁਰਖ ਤਾਬਿਆ ਬੈਠੇ ਨੇ, ਮੁੱਖ ਵਾਕ ਪੜ੍ਹਿਆ ਹੈ ਤੇ ਕਹਿਣ ਲੱਗੇ ਭਾਈ ਗੁਰਬਖਸ਼ ਸਿੰਘ ਜੀ ਆਓ ਆ ਕਰਕੇ ਸੰਗਤਾਂ ਨੂੰ ਮੁੱਖ ਵਾਕ ਦੀ ਕਥਾ ਸੁਣਾਓ। ਜਦੋਂ ਮੁੱਖ ਵਾਕ ਦੀ ਕਥਾ ਸੁਣਾਉਣ ਵਾਸਤੇ ਆਖਿਆ ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣਾ ਧਿਆਨ ਠਾਂ ਕਰ ਲਿਆ, ਤਾਂ ਹੀ ਨਹੀਂ ਕੀਤਾ, ਚਿਹਰਾ ਠਾਂ ਕਰ ਲਿਆ। ਦੁਬਾਰਾ ਫਿਰ ਆਖਿਆ ਭਾਈ ਗੁਰਬਖਸ਼ ਸਿੰਘ ਜੀ ਆਓ ਸੰਗਤਾਂ ਨੂੰ ਮੁੱਖ ਵਾਕ ਦੀ ਕਥਾ ਸਰਵਣ ਕਰਾਓ। ਤੇ ਮਹਾਂਪੁਰਖਾਂ ਦੇ ਨੇਤਰਾਂ ਚੋਂ ਜਲ ਵਗ ਆਇਆ, ਨਹੀਂ ਉੱਠੇ। ਤੀਸਰੀ ਵਾਰ ਫਿਰ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਆਪ ਆਣ ਕੇ ਬਾਂਹ ਫੜ ਕੇ ਉਠਾੜਿਆ ਏ, ਉੱਠੋ ਭਾਈ ਗੁਰਬਖਸ਼ ਸਿੰਘ ਜੀ, ਸੰਗਤਾਂ ਨੂੰ ਮੁੱਖ ਵਾਕ ਦੀ ਕਥਾ ਸਰਵਣ ਕਰਵਾਓ। ਤੇ ਮਹਾਂਪੁਰਖ ਕਹਿਣ ਲੱਗੇ ਸੰਤ ਜੀ ਚਰਨਾਂ ਨੂੰ ਫੜ ਕੇ ਕਹਿੰਦੇ ਵੇਖੋ ਮਹਾਂਪੁਰਖ ਖਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ, ਅਸੀਂ ਕਿਵੇਂ ਆਪ ਜੀ ਦੇ ਸਾਹਮਣੇ ਉੱਚੇ ਥਾਂ ਤੇ ਬੈਠ ਸਕਦੇ ਹਾਂ, ਆਪ ਜੀ ਸੰਗਤ ਵਿੱਚ ਨੀਵੇਂ ਥਾਂ ਤੇ ਬੈਠੇ ਹੋਵੋ, ਅਸੀਂ ਕਿਵੇਂ ਉੱਚੇ ਥਾਂ ਤੇ ਆਪ ਜੀ ਦੇ ਸਾਹਮਣੇ ਬਹਿ ਸਕਦੇ ਹਾਂ, ਸਾਡੇ ਕੋਲੋਂ ਇਹ ਗਲਤੀ ਨਹੀਂ ਹੋਣੀ, ਅਸੀਂ ਇਹ ਅਵੱਗਿਆ ਨਹੀਂ ਕਰਨੀ, ਇੱਦਾਂ ਅਸੀਂ ਨਹੀਂ ਕਰ ਸਕਦੇ। ਤੇ ਬਾਬਾ ਜੀ ਬਾਬਾ ਅਤਰ ਸਿੰਘ ਜੀ ਉੱਚੀ ਉੱਚੀ ਹੱਸਣ ਲੱਗੇ, ਕਹਿੰਦੇ ਵਾਹ ਵੀ ਗੁਰਬਖਸ਼ ਸਿੰਘ ਜੀ ਇਹਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ, ਇਹ ਤੇ ਸਗੋਂ ਮਹਾਂਪੁਰਖ ਕਹਿਣ ਲੱਗੇ ਬਹਿ ਕਰਕੇ ਗੁਰੂ ਕੀ ਤਾਬਿਆ ਸ਼ਬਦ ਨਾਲ ਸੁਰਤ ਜੋੜ ਕੇ ਇਕਮਿਕ ਹੋ ਕੇ ਤੇ ਸੰਗਤਾਂ ਨੂੰ ਜਦੋਂ ਕਥਾ ਸਰਵਣ ਕਰਵਾਈਏ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਦੀ ਵਿਚਾਰ ਸੁਣਾਈਏ ਤੇ ਪੁੰਨ ਦਾ ਕੰਮ ਵਿੱਚ ਪੁੰਨ ਮਿਲਦਾ ਏ, ਇਹਦੇ ਵਿੱਚ ਕੋਈ ਪਾਪ ਨਹੀਂ ਲੱਗਦਾ। ਉੱਠੋ ਬਾਂਹ ਫੜ ਕੇ ਖੜ ਕੇ ਤੇ ਮਹਾਰਾਜ ਦੀ ਤਾਬਿਆ ਵਿੱਚ ਬਿਠਾਇਆ ਏ। ਤੇ ਜਦੋਂ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਕਥਾ ਆਰੰਭ ਕੀਤੀ ਨਾ, ਸ਼ਬਦ ਦੀ ਵਿਚਾਰ ਕੀਤੀ ਹੈ, ਮਹਾਂਪੁਰਖਾਂ ਨੇ ਬੜੇ ਗ੍ਰੰਥ ਪੜ੍ਹੇ ਸੀਗੇ ਹੋਰ ਵੀ ਧਰਮਾਂ ਦੇ ਵਿਦਾ, ਜਿਹੜੇ ਹੋਰ ਨਾ ਹਿੰਦੂ ਧਰਮਾਂ ਦੇ ਲਾ ਲਓ ਜਿਵੇਂ ਗ੍ਰੰਥ ਸੀ ਉਹ ਸਾਰੇ ਪੜ੍ਹੇ ਸਨ। ਹੁਣ ਜਦੋਂ ਗੁਰਬਾਣੀ ਦੀ ਵਿਚਾਰ ਕੀਤੀ ਹੈ ਤੇ ਉਹ ਡੂੰਘਾਈ ਵਿੱਚ ਮਹਾਂਪੁਰਖਾਂ ਨੇ ਕੀਤੀ ਹੈ। ਤੇ ਇੱਕ
मिठी आवाज़ है ते गुरमत दे बिल्कुल अनुकूल कथा कीती है। गुरमत दे धारनी सन महापुरख ते जदों विचार कीती है तो उस वेले सारे जाने वेंदे ही रह गए भी इन्नी मिठी आवाज़, इन्ना रस ते इन्ने ज्ञानी, इन्नी डूंघियाई दीयां गल्लां दस्सण लगे। सारे वेंदे ही रह गए। जिहड़े 3 नाल आए सी ना शिमले तो, उन्हां दी ते हद ही ना रही हैरानगी दी भी जिहड़े साडे नाल आए वो इन्ने ज्ञानी आ ते असीं आए आ महापुरखां नूं लैण ते ये भी महापुरख ही आ। ये ते रस ही बन्नी जा रहे, इन्ना आनंद आ रहा है। उन्हां नूं ते नहीं समझ आउंदी भी सानूं पहिलां क्यों नहीं पता लगा भी इन्ने ज्ञानी असीं इन्हां कोल सुणिया करदे कथा विचार। तो जदों महापुरखां ने समाप्ति कीती है तो बाबा अतर सिंह साहब जी ने थापी दिती है ते कहण लगे भी तुसीं जिहड़ा आसा जी दी वार दा रस सी ना वो टुटण नहीं दिता, वो रस कायम रखिया। उस तरह ही आप जी ने विचार करके संगतां नूं आनंदमई समा जिहड़ा वो बनाई रखिया है। संगतां उस तरह जुड़ियां रहियां। नहीं तो कई प्रचारक महापुरख कहते मगरों आ करके जदों आप टाइम मंगते भी सानू कथा का टाइम दो, पर विच गल्लां कई बार इहो जिहियां कर जाते, बचन इहो जिहे कर जाते भी वो पहला भी रस जिहड़ा है वो खत्म कर जाते हैं। सो दुचती जी पा जाते हैं संगतां विच। पर आप जी ने उस तरह आनंद जिहड़ा बनाई रखिया है। वड्डियां कोलों सुनते हैं कहते कि जदों संत बाबा गुरबख्श सिंह साहब जी कीर्तन ते कथा करते सी ना, उदों जिहड़े पंछी ये भी मोहे जाते सीगे, किते कोई रौला नहीं पाउंदा, आले दुआले कोई गलबात नहीं करता। तो जे कोई बच्चा कहते रो भी पवे ना किते, पहला तो कोई रोंदा ही नहीं, बच्चा भी नहीं सी रोंदा। तो जे कोई बच्चा रो भी पवे ना तो महापुरख ये भी कह देना कहना बीबी बच्चे नूं चुप करा, बच्चा वड्डी उम्र वाला होवे, नाल उहनूं सीस भी दे देनी। कहना बीबी बच्चे नूं चुप करा, बच्चा तेरा वड्डी उम्र वाला होवे, इदां महापुरखां नाल सीस भी दे देनी। ये नहीं कि कहना भी चल इहनूं चुक के बाहर लै जा, इदां नहीं कहना। कहना बीबी बच्चे नूं चुप करा, बच्चा तेरा वड्डी उम्र वाला होवे। ऐसे सी बाबा गुरबख्श सिंह साहब जी। सो जिन्हां दा आप जी जीवन जिहड़ा है वो सरवण कर रहे हो। इदों अगे दा जो प्रसंग है हुण आप जी वो सरवण करोगे। इत्थों तक दा आप जी ने कल सरवण कीता। हुण महापुरख शिमले फिर वापस चले गए, क्योंकि बाबा अतर सिंह साहब जी ना मन्ने जाण नूं हुणे वापस चले गए, ना जिद नहीं कीती, वापस चले गए। जाके शिमले दियां संगतां नूं सरदार खजान सिंह ने, सरदार विसाखा सिंह ते बाबा करम सिंह 3 जाने आए। उन्हां जाके दसिया, कहंदे साध संगत जी आ जिहड़े बाबा जी असीं नाल लैके गए सी ना, ये बहुत वड्डे विद्वान जी, ते बाबा अतर सिंह साहब जी ने इन्हां दा बड़ा मान सत्कार करदे हो ते प्रेम ही बड़ा करदे इन्हां नाल। वो तो बहुते प्रेमी आ इन्हां दे, इन्हां दा आपस में प्रेम ही बड़ा है। तो वो जिहड़ी वारता इत्थे हुई वो सारी जाके संगतां नूं दसी, ते संगतां भी हैरान रह गईयां। उस दिन तो शिमले दे विच संत बाबा गुरबख्श सिंह साहब जी नूं सारे जानण लग पे, बच्चे बच्चे तक बजुर्ग तक सारे ही आकर के महापुरखां नूं फतेह गजाउण लगे, सारे सत्कार करन लगे। कोई अपने घरे आखे मैं साडे घरे प्रशादा छको, दूजा कहे महापुरखों साडे घर प्रशादा छको। पर महापुरख बड़ा घट छकदे सीगे, क्योंकि उन्होंने जप तप भी करना है, श्री सहज पाठ जी भी करते सीगे, बाणी पढ़ते सी। सो इदा गर्मियां के दिन जिहड़े वो खत्म हो गए, ते गर्मियां के दिनों तक महापुरख शिमले रहे। जदों गर्मियां के दिन खत्म हो गए ना, तो फिर महापुरख कहते भी असीं हुण वापस जलंधर जाना, पिंड घड़ियाल फिर वापस जाना है। सो हुण महापुरख शिमले तो घड़ियाल नूं तुरन की तैयारी करन लगे। ते सारियां संगतां उत्थों दियां जिहड़ियां सी, खास करके जिहड़े दिल्ली निवासी सी ना, वो सारे शिमले गए हुए ने। वो बड़े पढ़े लिखे सी, सारे सियाणे सी, सूझवान सी,
ਦਫ਼ਤਰੀ ਸਰਦਾਰ ਸੀ ਸਾਰੇ, ਠੇਕੇਦਾਰ ਜਿੰਨੇ ਵੱਡੇ ਵੱਡੇ ਉਹ ਸਾਰੇ, ਉਹ ਜਿੰਨਾ ਚਿਰ ਮਹਾਂਪੁਰਖ ਰਹੇ ਨਾ ਤੇ ਮਹਾਂਪੁਰਖਾਂ ਨੂੰ ਕਹਿੰਦੇ ਸਵੇਰੇ ਸ਼ਾਮਾਂ ਨੂੰ ਤੁਸੀਂ ਕਥਾ ਸੁਣਾਇਆ ਕਰੋ। ਮਹਾਂਪੁਰਖ ਸਵੇਰੇ ਸ਼ਾਮ ਨੂੰ ਕਥਾ ਸਰਵਣ ਕਰਵਾਉਂਦੇ ਸੀਗੇ। ਉਹ ਮਹਾਂਪੁਰਖਾਂ ਦੀ ਕਥਾ ਰਸ ਭਿੰਨੀ, ਮਹਾਂਪੁਰਖਾਂ ਦੀ ਰਸਨਾ ਤੋਂ ਵਾਹਿਗੁਰੂ ਅਕਾਲ ਪੁਰਖ ਦਾ ਜਸ ਜਿਹੜਾ ਹੈ ਨਾ ਸੁਣ ਕੇ ਇੰਨੇ ਨਿਹਾਲ ਹੋ ਚੁੱਕੇ ਸੀਗੇ ਵੀ ਉਹ ਵਿਆਖਿਆ ਮਹਾਂਪੁਰਖਾਂ ਦੀ ਸੁਣ ਕੇ ਤੇ ਰੀਝ ਚੁੱਕੇ ਸੀਗੇ ਮਹਾਂਪੁਰਖਾਂ ਤੇ। ਹੁਣ ਉਹਨਾਂ ਦਾ ਹੋਰ ਕਿਸੇ ਨੂੰ ਸੁਣਨ ਨੂੰ ਜੀ ਨਹੀਂ ਕਰਦਾ ਜਿਨ੍ਹਾਂ ਨੇ ਇੱਕ ਵਾਰੀ ਮਹਾਂਪੁਰਖਾਂ ਨੂੰ ਸੁਣ ਲਿਆ। ਸੋ ਹੁਣ ਉਹ ਸਾਰੇ ਜਿਹੜੇ ਸੀ ਨਾ ਉਹਨਾਂ ਨੇ ਹੁਣ ਸ਼ਿਮਲੇ ਤੋਂ ਘੜਿਆਲ ਨੂੰ ਜਦੋਂ ਜਲੰਧਰ ਨੂੰ ਮਹਾਂਪੁਰਖ ਤੁਰਨ ਲੱਗੇ ਤੇ ਆਪ ਵੱਡਾ ਪਿਆਰ ਸਤਿਕਾਰ ਦਿੱਤਾ ਉਹਨਾਂ ਸਾਰਿਆਂ ਨੇ। ਉਹਨਾਂ ਨੇ ਇਕੱਠਿਆਂ ਹੋ ਕੇ ਮਹਾਂਪੁਰਖਾਂ ਨੂੰ ਉੱਥੋਂ ਤੋਰਿਆ। ਜਦੋਂ ਤੁਰਨ ਲੱਗੇ ਬੜੇ ਅਦਬ ਸਤਿਕਾਰ ਦੇ ਨਾਲ, ਜਦੋਂ ਗਏ ਸੀ ਮਹਾਂਪੁਰਖ ਉਦੋਂ ਕਿਸੇ ਨੂੰ ਕੋਈ ਪਤਾ ਨਹੀਂ, ਜਦੋਂ ਹੁਣ ਤੁਰਨ ਲੱਗੇ ਨਾ ਉੱਧਰੋਂ ਸਾਰੇ ਜਾਣੇ ਮਹਾਂਪੁਰਖਾਂ ਨਾਲ ਗੱਡੀ ਤੇ ਚੜਾਉਣ ਵਾਸਤੇ ਆਏ, ਸਤਿਕਾਰ ਕੀਤਾ ਤੇ ਬੇਨਤੀਆਂ ਕੀਤੀਆਂ, ਮਹਾਂਪੁਰਖੋ ਕਿਰਪਾ ਕਰਿਓ ਸਾਨੂੰ ਦਰਸ਼ਨ ਦਿੰਦੇ ਰਿਓ। ਸਿਆਲ ਸਿਆਲ ਉਧਰ ਕੱਟ ਆਓ ਤੇ ਗਰਮੀਆਂ ਨੂੰ ਜਦੋਂ ਫਿਰ ਇੱਥੇ ਆਓਗੇ ਫਿਰ ਸ਼ਿਮਲੇ ਆਇਓ ਤੇ ਇੱਥੇ ਹੀ ਆਇਓ। ਤੇ ਦਿੱਲੀ ਵਾਲਿਆਂ ਨੇ ਵੀ ਹੱਥ ਜੋੜੇ ਕਿ ਮਹਾਂਪੁਰਖੋ ਦਿੱਲੀ ਵੀ ਆਇਓ ਸਾਡੇ ਘਰ, ਦਿੱਲੀ ਅਸੀਂ ਇੱਥੇ ਛੁੱਟੀਆਂ ਬਿਤਾਉਣ ਆਏ ਆ, ਗਰਮੀਆਂ ਬਤੀਤ ਕਰਨ ਆਏ ਆ, ਦਿੱਲੀ ਵੀ ਆਇਓ। ਸਾਰਿਆਂ ਨੇ ਹਰ ਕੋਈ ਅੱਗੇ ਹੋ ਕੇ ਕਹਿੰਦਾ ਮਹਾਂਪੁਰਖੋ ਮੇਰਾ ਆ ਨਾਂ ਜੇ ਤੇ ਇੱਥੇ ਮੇਰਾ ਘਰ ਜੇ, ਸਾਡੇ ਘਰ ਵੀ ਆਇਓ। ਕੱਲੇ ਕੱਲੇ ਨੇ ਮਹਾਂਪੁਰਖਾਂ ਨੂੰ ਜਾ ਕਰਕੇ ਬੇਨਤੀਆਂ ਕੀਤੀਆਂ। ਤੁਰਦਿਆਂ ਤੱਕ ਹਰੇਕ ਨੇ ਸਨਮਾਨ ਦਿੱਤਾ, ਕਿਸੇ ਨੇ ਸਰੂਪਾ ਦਿੱਤਾ, ਕਿਸੇ ਨੇ ਹਾਰ ਪਾਏ, ਕਿਸੇ ਕੋਈ ਮਾਇਆ ਦਿੰਦਾ। ਮਹਾਂਪੁਰਖ ਬਹੁਤਾ ਮਾਇਆ ਨਾਲ ਪ੍ਰੇਮ ਨਹੀਂ ਸੀ ਕਰਦੇ ਤੇ ਹਰ ਇੱਕ ਨੇ ਆਪਣੇ ਤੌਰ ਤੇ ਜਿੰਨਾ ਸਤਿਕਾਰ ਹੋ ਸਕਿਆ ਮਹਾਂਪੁਰਖਾਂ ਦਾ ਕੀਤਾ ਹੈ ਤੁਰਦਿਆਂ ਤੱਕ। ਹੁਣ ਮਹਾਂਪੁਰਖ ਫਿਰ ਇੱਥੇ ਰਹਿ ਕਰਕੇ ਗਰਮੀਆਂ ਤੇ ਫਿਰ ਇੱਥੇ ਆ ਗਏ ਘੜਿਆਲ ਪਿੰਡ ਜਲੰਧਰ ਜ਼ਿਲ੍ਹੇ 'ਚ। ਜਦੋਂ ਇੱਥੇ ਆਏ ਆਉਂਦਿਆਂ ਫਿਰ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਆਪਣਾ ਸ੍ਰੀ ਸਹਿਜ ਪਾਠ ਜੀ ਆਰੰਭ ਕਰ ਦਿੱਤੇ ਤੇ 125ਵਾਂ ਪਾਠ ਹੋ ਗਿਆ ਆਰੰਭ। ਮਹਾਂਪੁਰਖਾਂ ਨੇ 125 ਪਾਠ ਜਿਹੜੇ ਸੀ ਨਾ ਸ੍ਰੀ ਸਹਿਜ ਪਾਠ ਉਹ ਭੋਗ ਪਾ ਲਏ, 24 ਪਾ ਲਏ ਤੇ 25ਵਾਂ ਹੁਣ ਆਰੰਭਤਾ ਹੋ ਗਈ ਹੈ। ਜਦੋਂ 25ਵਾਂ ਪਾਠ ਸ੍ਰੀ ਸਹਿਜ ਪਾਠ ਜੀ ਆਰੰਭ ਕੀਤੇ ਨਾ ਤੇ ਉਧਰੋਂ ਦਿਲਾਂ ਦੇ ਸਾਖੀ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਮੁਹੀਰਨੇ ਪਿੰਡ ਜਿੱਥੇ ਬਾਬਾ ਅਤਰ ਸਿੰਘ ਸੀ ਨਾ ਉੱਥੋਂ ਚੱਲ ਕੇ ਬਾਬਾ ਅਤਰ ਸਿੰਘ ਜੀ ਸ਼ਹਿਰਾਂ ਤੇ ਪਿੰਡਾਂ ਦੀਆਂ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਮਹਾਂਪੁਰਖ ਆ ਗਏ ਕਿਸ਼ਨਪੁਰੇ ਬਾਬਾ ਮਿੱਤ ਸਿੰਘ ਜੀ ਦੇ ਕੋਲ। ਤੇ ਇਸ ਗੱਲ ਦਾ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਪਤਾ ਲੱਗ ਗਿਆ ਤੇ ਬੜੀ ਖੁਸ਼ੀ ਹੋਈ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਵੀ ਮਹਾਂਪੁਰਖ ਮੁਹੀਰਨੇ ਪਿੰਡ ਤੋਂ ਗਰਮੀਆਂ ਉੱਥੇ ਬਤੀਤ ਕਰਕੇ ਹੁਣ ਕਿਸ਼ਨਪੁਰੇ ਬਾਬਾ ਮਿੱਤ ਸਿੰਘ ਸਾਹਿਬ ਜੀ ਦੇ ਕੋਲ ਆ ਗਏ ਆ ਜਲੰਧਰੀ। ਤੇ ਜਿਹੜਾ ਕਿਸ਼ਨਪੁਰਾ ਇਹ ਘੜਿਆਲ ਪਿੰਡ ਤੋਂ 6 ਮੀਲ ਦੀ ਦੂਰੀ ਹੈ, 5-6 ਮੀਲ ਹੀ ਹੈ, ਜ਼ਿਆਦਾ ਨਹੀਂ ਹੈ, ਇੰਨੀ ਕੀ ਦੂਰੀ ਸੀ। ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਉਸੇ ਵੇਲੇ ਇੱਥੋਂ ਚਾਲਾ ਪਾਤਾ, ਘੜਿਆਲ ਪਿੰਡ ਤੋਂ ਕਿਸ਼ਨਪੁਰੇ ਆ ਗਏ, 5-6 ਮੀਲ ਸੀ, ਬੜੀ ਛੇਤੀ ਇੱਥੇ ਪਹੁੰਚ ਕੇ ਜਦੋਂ ਪਤਾ ਲੱਗਿਆ ਤੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਦੇ ਪਾਸ ਆਏ, ਦਰਸ਼ਨ ਕੀਤੇ, ਦਰਸ਼ਨ ਕਰਕੇ ਫਤਿਹ ਗਜਾਈ ਹੈ, ਪਾਸ ਬੈਠ ਗਏ ਤੇ ਨਾਲ ਹੀ ਸਾਰੀ ਗੱਲ ਉਸੇ ਵੇਲੇ ਦੱਸ ਦਿੱਤੀ ਹੈ ਕਿ ਮਹਾਂਪੁਰਖੋ ਆਪ ਜੀ ਨੇ ਕਿਰਪਾ ਕੀਤੀ ਹੈ, ਬੜੇ ਸਮੇਂ ਨਾਲ ਆਏ ਹੋ, ਅਸੀਂ ਸ੍ਰੀ ਸਹਿਜ ਪਾਠ ਜੀ ਦੀ ਲੜੀ ਆਰੰਭ ਕੀਤੀ ਸੀ ਤੇ 124 ਪਾਠ ਹੋ ਗਏ ਹਨ ਤੇ 25ਵਾਂ ਆਰੰਭ ਕੀਤਾ ਹੈ ਤੇ ਹੁਣ 25ਵਾਂ ਜਿਹੜਾ ਸ੍ਰੀ ਸਹਿਜ ਪਾਠ ਹੈ ਇਹਦਾ ਭੋਗ ਪਾ ਕੇ ਸਮਾਪਤੀ ਕਰਨੀ ਹੈ। ਮਨ ਵਿੱਚ ਫੁਰਨਾ ਸੀ ਵੀ 125 ਪਾਠ ਹੋ ਜਾਣ ਸ੍ਰੀ ਸਹਿਜ ਪਾਠ ਤੇ ਫਿਰ ਸਮਾਪਤੀ ਕਰਾਂਗੇ, ਦੀਵਾਨ ਸਜਾਵਾਂਗੇ ਤੇ ਮਹਾਂਪੁਰਖੋ 24 ਦੇ ਭੋਗ ਪਾ ਦਿੱਤੇ ਜੇ। 25ਵਾਂ ਆਰੰਭ ਹੈ
ਆਪ ਜੀ ਨੇ ਕਿਰਪਾ ਕੀਤੀ, ਮੇਰੇ ਧੰਨ ਭਾਗ ਹਨ। ਆਪ ਜੀ ਕਿਰਪਾ ਕਰਕੇ ਅਖੀਰਲੇ ਪਾਠ ਦੀ ਸਮਾਪਤੀ ਵੇਲੇ ਇੱਥੇ ਆ ਗਏ ਹੋ, ਤੇ ਹੁਣ ਕਿਰਪਾ ਕਰੋ ਸਮਾਪਤੀ ਦੇ ਜੱਗ ਨੂੰ ਹੁਣ ਤੁਸੀਂ ਸਫਲ ਕਰੋ ਆ ਕਰਕੇ, ਵੀ ਅਖੀਰਲੇ ਸਮੇਂ ਜਿਹੜਾ ਅਖੀਰਲੇ ਪਾਠ ਦਾ ਭੋਗ ਹੈ ਨਾ, ਉਸ ਸਮੇਂ ਆਪ ਜੀ ਦਰਸ਼ਨ ਦਿਓ। ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਵਾਂ। ਸੰਤ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਵੀ ਮੈਂ ਆਪ ਜੀ ਨੂੰ ਲੈਣ ਵਾਸਤੇ ਆਇਆ ਵਾਂ। 15 ਦਿਨਾਂ ਨੂੰ ਆਪਾਂ ਭੋਗ ਪਾਉਣਾ ਸ੍ਰੀ ਸਹਿਜ ਪਾਠ ਜੀ ਦਾ। 24 ਦੇ ਪਾਠ ਤੇ 25ਵੇਂ ਪਾਠ ਦਾ ਭੋਗ ਜਿਹੜਾ ਏ ਉਹ ਅੱਜ ਤੋਂ 15 ਦਿਨਾਂ ਨੂੰ ਪਾਉਣਾ ਹੈ, ਤੇ ਕਿਰਪਾ ਕਰੋ ਹੁਣ ਮੇਰੇ ਨਾਲ ਚੱਲੋ। 15 ਦਿਨਾਂ ਬਾਅਦ ਆਪਾਂ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਉਣੇ ਆ। ਉਸ ਵੇਲੇ ਦੋਹਾਂ ਗੁਰਮੁਖਾਂ ਦਾ ਮੇਲ ਸੀ, ਦੋਵੇਂ ਹੀ ਆਤਮਾ ਰਸੀਆਂ ਸੀ, ਦੋਵੇਂ ਹੀ ਅਕਾਲ ਪੁਰਖ ਨੂੰ ਮੰਨਣ ਵਾਲੇ, ਦੋਵੇਂ ਮਹਾਂਪੁਰਖ, ਦੋਵੇਂ ਹੀ ਬੜੇ ਪ੍ਰੇਮੀ ਸਨ, ਤੇ ਦੋਵੇਂ ਦਿਲਾਂ ਦੇ ਸਾਖੀ ਸਨ। ਫਿਰ ਵੀ ਜਿਸ ਖੁਸ਼ੀ ਤੇ ਪਿਆਰ ਵਿੱਚ ਭਰ ਕੇ ਜਿੰਨੀ ਨਿਮਰਤਾ ਨਾਲ ਕਿਹਾ ਨਾ, ਦੋਵੇਂ ਮਹਾਂਪੁਰਖ ਕਮਾਈ ਵਾਲੇ, ਬੰਦਗੀ ਵਾਲੇ ਆ। ਪਰ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਇੰਨੀ ਨਿਮਰਤਾ ਦੇ ਨਾਲ ਕਿਹਾ, ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਇੰਨੇ ਪ੍ਰੇਮ ਦੇ ਵਿੱਚ ਆ ਕਰਕੇ ਕਿਹਾ, ਤੇ ਮਹਾਂਪੁਰਖਾਂ ਨੇ ਉਸੇ ਵੇਲੇ ਉਹ ਬੇਨਤੀ ਪ੍ਰਵਾਨ ਕਰ ਲਈ। ਬਾਬਾ ਅਤਰ ਸਿੰਘ ਸਾਹਿਬ ਜੀ ਕਹਿੰਦੇ ਠੀਕ ਹੈ ਚੱਲਾਂਗੇ, ਪਰ ਇਸ ਵੇਲੇ ਅਜੇ ਨਾ ਇਹ ਸਲਾਹ ਕਰਨੀ ਬਾਕੀ ਸੀ ਵੀ ਜਾਣਾ ਕਦੋਂ ਕੈ, ਅਜੇ ਇਹ ਸਲਾਹ ਕਰਨੀ ਸੀ ਵੀ ਕਦੋਂ ਕੁ ਤੁਰਨਾ ਹੈ, ਵੀ ਚੱਲਣਾ ਕਦੋਂ ਕੈ, ਸਲਾਹ ਕਰਨੀ ਅਜੇ ਬਾਕੀ ਸੀ। ਤੇ ਪਰੰਤੂ ਪਰ ਕਾਰਨ ਕਰਤੇ ਵਸ ਹੈ। ਅਕਾਲ ਪੁਰਖ ਭਗਵਾਨ ਜੋ ਕਰਦਾ ਹੁੰਦਾ ਤੇ ਉਹੀ ਹੈ ਨਾ। ਸੋ ਉਸ ਵੇਲੇ ਸੰਤ ਜੀ ਦਾ ਸੰਤਾਂ ਦੇ ਨਾਲ ਚਲੇ ਜਾਣਾ ਕੁਦਰਤ ਨੂੰ ਅਜੇ ਮਨਜ਼ੂਰ ਨਹੀਂ ਸੀ। ਜੇ ਕੁਦਰਤ ਨੂੰ ਮਨਜ਼ੂਰ ਹੁੰਦਾ ਫੇਰ ਹੀ ਹੈ ਨਾ। ਸੰਤਾਂ ਨੇ ਹਾਂ ਕਰਤੀ ਹੈ ਵੀ ਚੱਲਾਂਗੇ, ਅਜੇ ਸਲਾਹ ਕਰਨੀ ਵੀ ਕਦੋਂ ਜਾਣਾ ਹੈ। ਤੇ ਸੰਤ ਬਾਬਾ ਮਿੱਤ ਸਿੰਘ ਜੀ ਉਹ ਪਾਸ ਬੈਠੇ ਸੀ, ਉਹ ਕਹਿਣ ਲੱਗੇ ਵੀ ਭਾਈ ਗੁਰਬਖਸ਼ ਸਿੰਘ ਜੀ ਅਜੇ ਤੁਹਾਡੇ 15 ਦਿਨਾਂ ਨੂੰ ਭੋਗ ਪੈਣਾ ਹੈ, ਤੇ ਇਹ ਨਾ ਹੋਵੇ ਤੁਸੀਂ ਇੱਥੋਂ ਮਹਾਂਪੁਰਖਾਂ ਨੂੰ ਲੈ ਜਾਵੋ ਤੇ ਉੱਥੋਂ ਤੁਹਾਡੇ ਕੋਲੋਂ ਕੋਈ ਹੋਰ ਪਿੰਡ ਵਾਲੇ ਗਾਂਹ ਲੈ ਜਾਣ। ਇੱਦਾਂ ਇਹ ਨਾ ਹੋਵੇ ਮਹਾਂਪੁਰਖ ਅੱਗੇ ਹੋਰ ਦੀਵਾਨ ਸਜਾਉਂਦੇ ਜਾਣ, ਇੱਦਾਂ ਕਿਤੇ ਦੂਰ ਚਲੇ ਗਏ ਤੇ ਵਾਪਸ ਲਿਆਉਣ ਵਿੱਚ ਫਿਰ ਬੜੀ ਦਿੱਕਤ ਹੋਵੇਗੀ, ਤਕਲੀਫ ਹੋਵੇਗੀ। ਤੇ ਇੱਦਾਂ ਕਰੋ ਇਹਨਾਂ ਨੂੰ ਇੱਥੇ ਹੀ ਰਹਿਣ ਦਿਓ, ਉਦੋਂ ਲਾਗੇ ਜੇ ਆ ਕੇ 2-3 ਦਿਨ ਪਹਿਲਾਂ ਤੇ ਲੈ ਜਾਇਓ, ਇੱਥੇ ਰਹਿਣ ਦਿਓ ਸਾਡੇ ਪਾਸ ਹੀ, ਇੱਥੋਂ ਅਸੀਂ ਇਹਨਾਂ ਨੂੰ ਕਿਤੇ ਜਾਣ ਨਹੀਂ ਦਿੰਦੇ। ਤੇ 2-3 ਦਿਨ ਪਹਿਲਾਂ ਆ ਕੇ ਲੈ ਜਾਇਓ। ਤੇ ਜੇ ਤੁਹਾਡੇ ਨਾਲ ਹੁਣ ਚਲੇ ਗਏ, ਤੁਹਾਡੇ ਕੋਲੋਂ ਕੋਈ ਹੋਰ ਗਾਂ ਲੈ ਗਿਆ, ਤੇ ਫਿਰ ਇਹ ਨਾ ਹੋਵੇ ਉਸ ਸਮੇਂ ਨਾਲ ਆਪਾਂ ਨੂੰ ਮਹਾਂਪੁਰਖ ਮਿਲ ਹੀ ਨਾ ਵੀ ਗਾਂ ਕੋਈ ਲਈ ਗਿਆ। ਤੁਸੀਂ ਸਾਡੇ ਕੋਲੋਂ ਆ ਕੇ 3 ਦਿਨ ਪਹਿਲਾਂ ਲੈ ਜਾਓ ਇੱਥੋਂ, ਅਸੀਂ ਮਹਾਂਪੁਰਖਾਂ ਨੂੰ ਉਹਨਾਂ ਦਿਨ ਆਪਣੇ ਪਾਸ ਇੱਥੇ ਰੱਖਦੇ ਹਾਂ। ਇੰਨੀ ਗੱਲ ਸੁਣ ਕੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਮੁਰਝਾਏ ਜੇ ਮਨ ਨਾਲ, ਕਹਿੰਦੇ ਠੀਕ ਹੈ ਸੰਤ ਜੀ, 7 ਵਚਨ ਇੱਦਾਂ ਹੀ ਕਰ ਲੈਂਦੇ ਆ। ਚੁੱਪ ਹੋ ਗਏ। ਸੋ ਇੱਦਾਂ ਕਹਿੰਦੇ ਚਲੋ ਠੀਕ ਹੈ, 2-3 ਦਿਨ ਪਹਿਲਾਂ ਆਣ ਕੇ ਨਾ ਤੇ ਘੜਿਆਲ ਤੋਂ ਪਿੰਡ ਤੋਂ ਮਹਾਂਪੁਰਖੋ ਆਪ ਜੀ ਨੂੰ ਲੈ ਜਾਵਾਂਗੇ। 7 ਵਚਨ ਕਹਿ ਕੇ ਵਾਪਸ ਚਲੇ ਗਏ। ਹੁਣ ਅਖੀਰ ਦੇ ਪਾਠ ਦੀ ਸਮਾਪਤੀ ਦੀ ਖੁਸ਼ੀ ਵਿੱਚ 12 ਦਿਨ ਹੋਰ ਲੰਘ ਗਏ। 15 ਦਿਨਾਂ ਬਾਅਦ ਭੋਗ ਪੈਣਾ ਇਹਨਾਂ ਤੇ 12 ਦਿਨ ਲੰਘ ਗਏ। ਤੇ 12 ਦਿਨਾਂ ਬਾਅਦ ਨਾਲ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣੇ ਸੀਗੇ। ਜਿਵੇਂ ਪਹਿਲਾਂ ਸਹਿਜ ਪਾਠ ਜੀ ਆਰੰਭ ਰਹੇ ਨਾ, ਹੁਣ 125ਵਾਂ ਸ੍ਰੀ ਸਹਿਜ ਪਾਠ ਹੈ, ਤੇ 15 ਦਿਨਾਂ ਨੂੰ ਭੋਗ ਪੈਣੇ ਸੀ। 12 ਦਿਨ ਲੰਘ ਗਏ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣੇ ਸੀਗੇ। ਤੇ ਫਿਰ ਅਖੰਡ ਪਾਠ ਸਾਹਿਬ ਜੀ ਦੇ ਵੀ ਭੋਗ ਪੈਣੇ ਸੀ ਨਾਲ। ਤੇ ਮਹਾਂਪੁਰਖ ਜਦੋਂ ਹੁਣ 12 ਦਿਨਾਂ ਪਿੱਛੋਂ ਉਸ ਦਿਨ ਫਿਰ ਖੁਸ਼ੀ ਵਿੱਚ ਭਰੇ ਹੋਏ ਕ੍ਰਿਸ਼ਨਪੁਰੇ ਆ ਗਏ ਸੰਤ ਬਾਬਾ ਗੁਰਬਖਸ਼ ਸਿੰਘ ਜੀ। ਅਖੰਡ ਪਾਠ ਸਾਹਿਬ ਜੀ ਆਰੰਭ ਕਰਨੇ ਸੀ 12ਵੇਂ ਦਿਨ, ਹੁਣ ਦਿਨ ਰਹਿ ਗਏ ਆ 3 ਸ੍ਰੀ ਸਹਿਜ ਪਾਠ ਜੀ ਦੇ ਭੋਗ ਪੈਣ 'ਚ। ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਵੀ ਆਰੰਭ ਕਰਕੇ ਭੋਗ ਪਾਉਣੇ ਆ। ਤੇ 3 ਦਿਨ ਰਹਿੰਦੇ ਆ। 12ਵੇਂ ਦਿਨ ਮਹਾਂਪੁਰਖ ਫਿਰ ਕ੍ਰਿਸ਼ਨਪੁਰੇ ਆ ਗਏ। ਪਰ ਆ ਕੇ ਕੀ ਵੇਖਦੇ ਆ
कि संत बाबा अतर सिंह जी के गोडे उत्ते काफ़ी वड्डा एक फोड़ा होया गोडे के उत्ते, जिहदा घाव जिहड़ा ना डूंघाई वो 1 इंच डूंघी हो गई। सो बड़ा वड्डा फोड़ा है ते रत ते जिहड़ी पाक हुंदी वो वग रही विचों, वो निकल रही है ते दर्द भी बड़ा हो रहा सीगा गोडे ते संत महापुरखा ने ऐसी हालत जिहड़ी है ना वो दस के भी बाबा गुरु भगत सिंह साहब जी कहते भी आओ महापुरखो 3 ही दिन रह गए हुण चलो। तो महापुरख कहते आ गोडे की हालत वेख, दर्द भी बड़ा है तो वेख ये लहू भी वग रहा, पाक भी वग रही है, ऐसी हालत विच जान तो मजबूरी है भी नहीं आया जाना साडे कोलों, भी इत्थों नहीं जाया जाना साडे कोलों, तुसी हठ ना करो। कहते हठ ना करो, महापुरुष कहते नहीं जरूर चलो, कहते नहीं तुसी जिद ना करो जान दी, साडे कोल आया नहीं जाना, साडा गोडा जिहड़ा है ना बड़ा दुख रहा है, साडे कोलों गोडा नहीं सीधा होण डिया, नहीं आया जाना, तुसी ना जिद करो। जदों ये गल कही ना ते संत बाबा गुरु भगत सिंह साहब जी ये वचन सुन के जिहड़ा शरीर है ना उन्होंने छिड़िया कांबा, बहबलता जी वापर गई शरीर ते भी किन्नी खुशी नाल आए सीगे। ते फिर अरदास बेनती जिहड़ी सी वो महापुरखां दे जाण ते करनी सी। हुण कहण लगे महापुरखो मैनू इंज लगदा है कि जिहड़े मैं जाप कीते आ ना, मेरा कीता होया पाठ निर्विघन तोड़ चढ़िया नहीं दिसदा, मैनू लगदा कोई पाठ करदिया विघन पै गया मेरे कोलों, मैनू लगदा भी विघन पै गया है मेरे कोलों, कोई विघन जरूर पै गया है, तद ही ये कारण बनया है। ते संत बाबा अतर सिंह जी कहण लगे भाई गुरु भगत सिंह जागत जोत जिहड़ी है ना उहदे नाल जुड़ो, जागत जोत नूं हाज़र नाज़र जाणो ते अरदास बेनती भोग पा के कर लिओ। असीं शरीर करके भावें उत्थे नहीं, पर ये सच जाणिओ मन करके दिल करके अंदरली जोत करके असीं संगत विच होवांगे, सानू तुसीं संगत विच ही जाणिओ, असीं संगत विच ही बैठे होवांगे, शरीर करके नहीं आ सकदे ते असीं आत्मा करके उत्थे पहुँचे होवांगे। संत बाबा जी कहण लगे नहीं मैनू लगदा कोई ना कोई विघन पै गया है, कोई मेरे कोलों त्रुटि रह गई है, कोई गलती हो गई है कि जिहड़ा आप जी अज जाण वास्ते अनकारी कर दिती है। ते गाड़ियों संत बाबा अतर सिंह जी कहण लगे उपदेश देण लगे, कहंदे इन्ना भरम ना कर, भरम दूर करन दी कोशिश कर। धीरज देंदियां कहण लगे तुसीं वापस चले जाओ ते जा करके ते भोग पा दिओ, ते भोग पा दिओ ते पाठ की समाप्ति निर्विघन ही जाणिओ। कहण लगे कोई तेरे कोलों त्रुटि नहीं हुई, कोई गलती नहीं हुई, तू सफलिया ही जानी, तेरे कीते हुए सारे श्री सहज पाठ सफलिया, तू सानू उत्थे ही जानी। ते जा करके उस अकाल पुरख की जोत अगे अरदास बेनती करो, सफल ही है, मन विचों वहम दूर कर दिओ, ना वहम करो मन विच। इदा कह के ते वापस मोड़ दिता। प्रेम करके ना बाबा अतर सिंह जी ने बड़े प्रेम दे नाल गल्लां बातां सुना के, जो जिहड़े ज्ञानी महापुरख संत हुंदे आ ना इन्हां कोल गुण हुंदा है, गल्लां बातां करके प्रेम नाल बंदे नूं तोड़ ही दिंदे आ, क्यों इन्हां ज्ञान दे तीर हुंदे आ, इन्हां ज्ञान दीयां गल्लां सुना के तोड़ देना है। हुण ज्ञान दीयां गल्लां सुना के बाबा अतर सिंह साहब जी ने बाबा गुरु भगत सिंह साहब जी नूं तोड़ता कि सारा कुछ तुसीं जाणदे हो, आप पढ़े हो, ना वहम करो, जाओ तुसीं, असीं नहीं आ सकदे, शरीर करके नहीं उदां उत्थे ही होवांगे। इदां कह के ते वापस तोड़ दिता है। ते बाबा गुरु भगत सिंह साहब जी आ गए, निम्मू झोने जो होए डेरे आए, भी डेरे वालियां ते किहा सी भी महापुरखां नूं लैण गए आ, हुण वापस आ गए, जे कोई पुछदा ते कहिंदे महापुरख नहीं आए। उधर तैयारी इन्नी कीती है भी लागे लागे भी दसता सारे भी महापुरखां ने आउणा जी, निर्विघनता नाल समाप्ति होनी है अखीरले पाठ दी, ते महापुरखां ने आउणा। बाबे अतर सिंह साहब जी ने अमृत संचार रख लिया, भी वो अमृत संचार भी करना है,
प्राणियां दे नां लिख लए, लागे लागे सारे नगरां नूं दसता भी महापुरखा ने आउणा, तुसीं भी आयो, ते अंदर भोग पा के कमरे विच बाहर दीवान सजावांगे। सो इदां ये सारे दस दिता। हुण दूजे दिन जदों इदां आए तो दूजे दिन भोग की तैयारी की शुरू। अखंड पाठ साहिब तक कुटिया अंदर ही आरंभ किया, कमरे अंदर, ते बाहर खुली थां विच दीवान जिहड़ा ना वो जारी करवाउणा सीगा। बाहर दीवान वास्ते पंडाल जिहड़ा वो बनिया, सारा कुछ होया। पैलियां सी ना, बाहर पैलियां विच रहिंदे सीगे बाबे छज्जा सिंह जी दियां, बाहर पैलियां विच। ते हुण अज जिद्दां श्री अखंड पाठ साहिब जी आरंभ कीते, अगले दिन दूजे दिन श्री अखंड पाठ साहिब जी के मੱਧ वाले दिन अंम੍ਰਿਤ संचार जिहड़ा सी ना वो होना सीगा। ते अंम੍ਰਿਤ संचार का समा आ गया, जिस विच लगभग 150 शरीरां ने अपने नाम लिखाते। 150 जाना अंम੍ਰਿਤ संचार विच अपनी हाज़री लवाउण वास्ते नाम लिखा गया भी असीं अंम੍ਰਿਤ छकना, गुरु वाले बनना है। क्योंकि महापुरखा ने जो प्रचार किया है, संत बाबा गुरबख्श सिंह जी ने, तो सारिया ने मन बना लिया भी बाबे अतर सिंह साहब जी ने भी आना है। अंम੍ਰਿਤ छकण वालियां 150 प्राणी आ गए। हुण 150 की गिणती माई भाई ने अंम੍ਰਿਤ छकना सीगा, ते संत जी पासों फिर रहा ना गया। इन्हां ने फिर एक बाबा इत्थे रहिंदा सी, उहदा नाम सी ढेरा सिंह फतेहपुरी, ते एक सी सरदार विधि सिंह। ये जलंधर नूं इन्हां नूं बैल गड्डी दे के ना दोवां जाणियां नूं मੱਧ वाले दिन ते बाबा गुरबख्श सिंह साहब जी ने फिर तोरता। इन्हां दोवां नूं बैल गड्डी दे के ना, पहला इदां ही हुंदा सीगा, टांगा सीगियां बैल वालियां गड्डियां हुंदियां सी, हुण वांगू कारां ते है नहीं सी। उस वेले ते वो बैल गड्डियां हुंदियां सी। सो ये दो जाणियां नूं बाबा जी ने मੱਧ वाले दिन अंम੍ਰਿਤ संचार सी ना जिद्दण फिर तोरता। भावें महापुरखा नूं जवाब दे के महापुरखा भेजिया भी है ना, तो फिर मੱਧ वाले दिन तोरता। एक सरदार ढेरा सिंह ते एक सरदार विधि सिंह, ये दोवां नूं तोर दिता है बैल गड्डी दे के। तो क्या किवें किवें हो सकदा, जाके ना ते संत बाबा अतर सिंह साहब जी नूं लियाओ, जाओ जाके अरदास बेनती कीती है महाराज दे चरनां च भी किरपा करो महापुरख आ जाण। तो हुण जदों इधरों भेजिया भी जाओ महापुरखा नूं कहो कि संत जी आओ तो जरूर ही लियाओ। तो इन्हां 4 प्रेमियां ने फिर जाके अर्ज की, ये चले गए। फिर जा करके फिर इन्हां ने अर्ज की, फिर बेनती की भी महापुरखो किरपा करो साडे नाल चलो। तो कहण लगे महापुरख कहिंदे प्रेमियों हैगा तो भावें 5-6 मील ही आ जाना बैल गड्डी ते 5-6 मील भी किहड़ा छेती मुक जांदा। महापुरख कहंदे शामां ते पै गईयां, हुण शामां दा ते समा है, चले तो तुहाडे नाल जांदे, शामां दा समा है। ये कहंदे महापुरखो ते कदों जाना जे? महापुरख कहंदे अंम੍ਰਿਤ वेले चल चलांगे। चल हाँ करती, कहंदे कोई नहीं अंम੍ਰਿਤ वेले चल चलांगे। हुण ये अंम੍ਰਿਤ वेले जाण दी सलाह बना लई है कि 1 बजे रात नूं आपां इत्थों तुर पांगे ते जाके नितनेम उत्थे ही करांगे। ते संत बाबा अतर सिंह जी ने रात नूं प्रशादा छकदे सी, प्रशादा छकिया फिर आराम कीता है। अद्धी रात बीते पिछों नाल दे सेवक जिहड़े सी भाई सी राम सिंह, बाबा अतर सिंह जी दे नाल जिहड़े सेवक है ना, उहदा नाम सी भाई राम सिंह जी। वो भाई राम सिंह जी जिहड़े उन्होंने बुलाया तो तैयारी का हुक्म कह दिता भी चलो आपां घड़ियाल जाना, संत गुरबख्श सिंह साहब जी के पास जाना। तो भाई राम सिंह जी ने इस वेले की हालत नूं वेंदियां होया कहण लगे भी बाबा जी ना जाओ, हाँ किन्नी दर्द हुंदी है तुहाडी लत्त ते, देखो कैसी हालत है। तो इस वेले अद्धी रात का वेला है, तो किन्ना सख्त फोड़ा भी है आप जी दे, किन्नी दर्द है तो किन्ना ये शरीर ते कष्ट है, तो तुसी ना जाओ। गड्डे ते आपां जावांगे ना नाल, तो ये डोल पैनी है लत्त नूं ते तकलीफ वध जानी जे।
ਵੀ ਫਿਰ ਤੁਸੀਂ ਜੇ ਗਏ ਤੇ ਇਹ ਹੋਰ ਰੋਗ ਵੱਧ ਜਾਣਾ ਜੀ, ਵੀ ਇਹ ਥੋੜਾ ਬੜਾ ਮੋਟਾ ਹੋਇਆ ਇਹ ਤੇ ਇਹ ਹੋਰ ਵੱਧ ਜਾਵੇਗਾ, ਤਕਲੀਫ ਵੱਧ ਜਾਵੇਗੀ, ਤੇ ਨਾ ਜਾਈਏ। ਪਰ ਸੰਤ ਜੀ ਕਹਿਣ ਲੱਗੇ, ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਕੁਝ ਨਹੀਂ ਹੋਣ ਲੱਗਾ, ਆਪਾਂ ਜਾਣਾ ਹੈ, ਚੱਲਣਾ ਜ਼ਰੂਰ ਜਾਣਾ, ਆਪਾਂ ਕੁਝ ਨਹੀਂ ਹੋਣ ਲੱਗਾ ਇਹਨੂੰ ਫੋੜੇ ਨੂੰ, ਆਪਾਂ ਚੱਲਣਾ ਹੈ। ਸੋ ਇਸ ਤਰ੍ਹਾਂ ਗੱਡਾ ਜਿਹੜਾ ਸੀ ਨਾ ਉਹ ਤਿਆਰ ਹੋ ਕੇ ਕਰ ਲਿਆ, ਤੇ ਗੱਡੇ ਦੇ ਉੱਤੇ ਰਜਾਈ ਦਾ ਉਹ ਗਦੇਲਾ ਜਿਹਾ ਰਖਾ ਲਿਆ ਬਣਾ ਕੇ ਬਹਿਣ ਵਾਸਤੇ ਨਾ, ਗੱਡੇ ਦੇ ਉੱਤੇ ਉਹ ਗਦੇਲਾ ਜਿਹਾ ਬਣਾ ਲਿਆ, ਉਹ ਉੱਤੇ ਰਖਾ ਕੇ ਗਦੇਲਾ, ਤੇ ਮਹਾਂਪੁਰਖ 4 ਵਜੇ ਜਿਹੜੇ ਆਪਣਾ ਨਿਤਨੇਮ ਕਰਕੇ ਨਾ ਇਸ਼ਨਾਨ ਉਸੇ ਤਰ੍ਹਾਂ ਕੀਤਾ, ਭਾਵੇਂ ਕਿੰਨੀ ਦਰਦ ਹੈ ਸਰੀਰ ਨੂੰ, ਤੇ ਮਹਾਂਪੁਰਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਠੀਕ 4 ਵਜੇ ਤੱਕ ਰੱਬ ਰੱਬ ਕਰਕੇ 4 ਵਜੇ ਕਹਿੰਦੇ ਚਲੋ ਚਲੇ ਚੱਲਦੇ ਆ। 1 ਵਜੇ ਤੋਂ ਰੋਕਦਾ ਰਿਹਾ ਭਾਈ ਰਾਮ ਸਿੰਘ ਵੀ ਨਾ ਜਾਓ, ਪਰ ਮਹਾਂਪੁਰਖਾਂ ਨੇ ਆਪਣਾ ਇਸ਼ਨਾਨ ਉਸੇ ਤਰ੍ਹਾਂ ਰੋਜ਼ ਕਰਦੇ ਸੀਗੇ। ਇਸ਼ਨਾਨ ਕਰ ਲਿਆ, ਇਸ਼ਨਾਨ ਕਰਕੇ ਜਾਪ ਕਰ ਲਿਆ, ਜਾਪ ਕਰਕੇ ਤੇ 4 ਵਜੇ ਕਹਿੰਦੇ ਚਲੋ ਚੱਲੀਏ। 4 ਵਜੇ ਨੂੰ ਗੱਡਾ ਤੋਰ ਲਿਆ ਜੀ, ਤੇ ਜਿਹੜਾ ਗੱਡਾ ਸੀ ਉਹ ਤੁਰਦਾ ਤੁਰਦਾ ਦਿਨ ਚੜ੍ਹੇ ਆ ਗਿਆ ਏ ਘੜਿਆਲ ਪਿੰਡ ਦੇ ਲਾਗੇ, ਤੇ ਜਿਹੜੇ ਪ੍ਰੇਮੀ ਭਾਈ ਲੈਣ ਗਏ ਸੀ ਨਾ ਉਹਨਾਂ ਵਿੱਚੋਂ ਇੱਕ ਪਹਿਲਾਂ ਜ਼ੋਰ ਨਾਲ ਭੱਜਾ, ਕਿਉਂਕਿ ਗੱਡਾ ਹੌਲੀ ਹੌਲੀ ਚੱਲਦਾ ਨਾ, ਉਹਨੇ ਜ਼ੋਰ ਨਾਲ ਜੋ ਸਪੀਡ ਫੜੀ ਹੈ, ਕਿਉਂਕਿ ਇਹ ਪਹਿਲੇ ਬੰਦੇ ਭੱਜ ਬਥੇਰਾ ਲੈਂਦੇ ਸੀਗੇ, ਭੱਜ ਭੱਜ ਕੇ ਦੂਰ ਦੂਰ ਪਹੁੰਚ ਜਾਂਦੇ ਸੀਗੇ। ਉਹ ਜਿਉਂ ਭੱਜਿਆ ਇੱਕ ਜਾਣਾ ਵਿੱਚੋਂ, ਉਹ ਭੱਜਾ ਭੱਜਾ ਪਹਿਲਾਂ ਆ ਗਿਆ ਮਹਾਂਪੁਰਖ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਦੇ ਪਾਸ, ਤੇ ਆ ਕੇ ਕਹਿਣ ਲੱਗਾ ਮਹਾਂਪੁਰਖੋ ਸੰਤ ਬਾਬਾ ਅਤਰ ਸਿੰਘ ਜੀ ਆ ਰਹੇ ਜੀ। ਜਦੋਂ ਇੰਨੀ ਗੱਲ ਕਹੀ, ਦੱਸਦਾ ਵੀ ਮਹਾਂਪੁਰਖ ਆ ਰਹੇ, ਲਾਗੇ ਆ ਗਏ ਪਿੰਡ ਦੇ, ਤੇ ਇੰਨੀ ਖੁਸ਼ੀ ਹੋਈ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਵੀ ਉਹਦੀ ਹੱਦ ਹੀ ਨਾ ਰਹੀ। ਸਿੱਖ ਸੰਗਤਾਂ ਨੂੰ ਮਾਨੋ ਇਸ ਆਵਾਜ਼ ਨੇ ਜਾਨ ਹੀ ਪਾ ਦਿੱਤੀ, ਸਾਰਿਆਂ ਨੂੰ ਦੱਸ ਦਿੱਤਾ ਕਿ ਮਹਾਂਪੁਰਖ ਆ ਰਹੇ ਜੇ। ਸੰਤ ਜੀ ਦਾ ਗੱਡਾ ਜੋ ਹੌਲੀ ਹੌਲੀ ਚਲਾਇਆ ਜਾਂਦਾ ਸੀ ਵੀ ਦਰਦ ਨਾ ਹੋਵੇ, ਵੀ ਪੈਰ ਜਿਹੜਾ ਗੋਡਾ ਨੂੰ ਦਰਦ ਨਾ ਹੋਵੇ, ਨੂੰ ਹੌਲੀ ਹੌਲੀ ਲੈ ਕੇ ਆ ਰਹੇ ਸੀਗੇ। ਇੱਕ ਸਵੇਰੇ ਅੰਮ੍ਰਿਤ ਵੇਲੇ ਹਨੇਰਾ ਵੀ ਹੁੰਦਾ ਏ, ਉਹਦਾ ਕਰਕੇ ਵੀ ਹੌਲੀ ਹੌਲੀ, ਵੀ ਕੋਈ ਉਦੋਂ ਕਿਹੜੀਆਂ ਪੱਕੀਆਂ ਸੜਕਾਂ ਸੀ, ਕੱਚੇ ਰਾਹਾਂ ਥਾਣੀਆਂ ਆਉਣਾ ਹੁੰਦਾ ਸੀ, ਟੋਏ ਟਿੱਬੇ ਵੀ ਹੁੰਦੇ ਸੀਗੇ। ਸੋ ਇਸ ਤਰ੍ਹਾਂ ਅਜੇ 1 ਮੀਲ ਹੀ ਪਰੇ ਸੀਗੇ ਉੱਥੋਂ, ਤੇ ਸੰਗਤਾਂ ਜਿਹੜੀਆਂ ਉਸੇ ਵੇਲੇ ਬਾਹਰ ਆ ਗਈਆਂ, ਵਹੀਰਾਂ ਪਾਤੀਆਂ ਸੰਗਤਾਂ ਨੇ। ਕੀਰਤਨ ਦੀ ਧੁਨੀ ਨੇ ਅੰਮ੍ਰਿਤ ਵੇਲੇ ਦੀ ਵਾਯੂ ਨੂੰ ਮਾਨੋ ਪਵਿੱਤਰ ਕਰ ਦਿੱਤਾ, ਆਕਾਸ਼ ਗੂੰਜ ਰੱਖਿਆ ਸੀਗਾ, ਤੇ ਸਾਰਿਆਂ ਨੇ ਸਵਾਗਤ ਵਿੱਚ ਜਦੋਂ ਮਹਾਂਪੁਰਖ ਆਏ ਤੇ ਆਪਣੇ ਸਿਰ ਝੁਕਾਏ ਸਾਰਿਆਂ ਨੇ। ਇਸ ਵੇਲੇ ਗੱਡੇ ਦੇ ਹੇਠਾਂ ਉਤਰਨਾ ਬੜਾ ਔਖਾ ਸੀ ਉਸ ਵੇਲੇ, ਤੇ ਮਹਾਂਪੁਰਖ ਗੱਡੇ ਦੇ ਉੱਤੇ ਬੈਠੇ ਚੱਲਦੇ ਸਿੰਘਾਂ ਤੋਂ ਗੁਰਬਾਣੀ ਦਾ ਕੀਰਤਨ ਸੁਣਦੇ ਆ, ਨਾਲ ਨਾਲ ਗੱਡਾ ਤੁਰਿਆ ਜਾਂਦਾ, ਨਾਲ ਨਾਲ ਕੀਰਤਨ ਹੋ ਰਿਹਾ ਏ। ਸਿੰਘ ਜਿਹੜੇ ਮਹਾਂਪੁਰਖਾਂ ਦੇ ਨਾਲ ਕੀਰਤਨ ਕਰ ਰਹੇ ਆ ਤੇ ਮਹਾਂਪੁਰਖ ਸੁਣ ਰਹੇ ਆ, ਤੇ ਉਪਰੰਤ ਸਤਨਾਮ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਦੀ ਧੁਨੀ ਜਿਹੜੀ ਉਹ ਜਾਰੀ ਕਰ ਦਿੱਤੀ ਹੈ। ਸੋ ਆਖਿਆ ਵੀ ਕੀਰਤਨ ਹੁੰਦਿਆਂ ਗੱਡੇ ਉੱਤੇ ਬੈਠੇ ਰਹਿਣਾ ਠੀਕ ਨਹੀਂ ਹੈ, ਤੇ ਤੁਰਨਾ ਵੀ ਔਖਾ ਸੀ। ਇਸ ਕਰਕੇ ਮਹਾਂਪੁਰਖ ਜਿਹੜੇ ਆ ਉਹ ਕੀਰਤਨ ਸਰਵਣ ਕਰ ਰਹੇ ਆ, ਇੱਕ ਥਾਂ ਤੇ ਖਲੋਤੇ ਆ। ਇਧਰ ਘੜਿਆਲ ਵਿੱਚ ਆਪਣੇ ਉਹ ਅਸਥਾਨ ਤੇ ਬਾਬਾ ਛੱਜਾ ਸਿੰਘ ਦੇ ਖੇਤਾਂ 'ਚ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਅੰਮ੍ਰਿਤ ਪ੍ਰਚਾਰ ਵਿੱਚ ਰੁੱਝੇ ਪਏ ਨੇ ਕਿ ਅੰਮ੍ਰਿਤ ਸੰਚਾਰ ਹੋਣਾ ਹੈ। ਜਦ ਕਿ ਥੋੜ੍ਹੀ ਦੇਰ ਪਿੱਛੋਂ ਸੰਤ ਬਾਬਾ ਅਤਰ ਸਿੰਘ ਜੀ ਫਿਰ ਡੇਰੇ ਦੇ ਅੰਦਰ ਪਹੁੰਚ ਗਏ। ਕੁਟੀਆ ਅੰਦਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਜਾ ਕੇ ਮੱਥਾ ਟੇਕਿਆ ਤੇ ਫਿਰ ਹਜ਼ੂਰੀ ਵਿੱਚ ਸੱਜ ਗਏ ਨੇ। ਇਸ ਵੇਲੇ ਸੰਤ ਬਾਬਾ ਅਤਰ ਸਿੰਘ ਜੀ ਦੇ ਆਪ ਜਾਣ ਵੇਲੇ ਹੀ ਅੰਮ੍ਰਿਤ ਸੰਚਾਰ ਦਾ ਕਾਰਜ ਜਿਹੜਾ ਉਹ ਸਮਾਪਤ ਹੋਇਆ ਹੈ। ਸੋ ਆਪ ਜੀ ਜਦੋਂ ਪਹਿਲਾ ਦਿਨੇ ਅੰਮ੍ਰਿਤ ਸੰਚਾਰ ਹੋਇਆ ਤੇ ਸਮਾਪਤੀ ਬਾਬਾ ਜੀ ਦੇ ਜਾਣ ਤੇ ਹੋਈ ਹੈ। ਬਾਬਾ ਜੀ ਨੇ ਬਾਬਾ ਅਤਰ ਸਿੰਘ ਜੀ ਜਦੋਂ ਗਏ ਉਦੋਂ ਹੀ ਆਰੰਭਤਾ ਹੋਈ, ਫਿਰ ਸਮਾਪਤੀ ਹੋਈ ਹੈ। ਤੇ ਜਦੋਂ ਵੇਖੇ ਨਾ ਪ੍ਰਾਣੀ ਕਿ ਇਹ 150 ਦੇ ਲਾਗੇ ਪ੍ਰਾਣੀ ਜਿਹੜੇ ਆ ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ ਆ, ਤੇ ਮਹਾਂਪੁਰਖ ਜਿਹੜੇ ਬਾਬਾ ਅਤਰ ਸਿੰਘ ਸਾਹਿਬ ਸੀ ਨਾ, ਉਹ ਜਿਹੜਾ ਅੰਮ੍ਰਿਤ ਛਕਦਾ ਸੀ ਉਹਦੇ ਤੇ ਬੜੇ ਖੁਸ਼ ਹੁੰਦੇ ਸੀ। ਤੇ ਜਿਹੜਾ ਅੰਮ੍ਰਿਤ ਛਕਾਉਣ ਵਿੱਚ ਜਿਹੜੇ ਦੀਵਾਨ ਸਜਾਉਂਦੇ ਆ, ਜਿਹੜੇ ਉਪਰਾਲਾ ਕਰਦੇ, ਉਹਨਾਂ ਤੇ ਵੀ ਬੇਹੱਦ ਖੁਸ਼ੀ ਹੁੰਦੀ ਸੀ ਉਹਨਾਂ ਦੀ।
ਜਦੋਂ ਉਹਨਾਂ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਵੇਖਿਆ ਨਾ ਵੀ ਇਹਨਾਂ 150 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੈ ਅੱਜ, ਤੇ ਹੱਦ ਹੀ ਨਾ ਰਹੀ, ਇੰਨੀ ਖੁਸ਼ੀ ਹੋਈ ਬਾਬਾ ਗੁਰਬਖਸ਼ ਸਿੰਘ ਸਾਹਿਬ ਤੇ ਮਹਾਂਪੁਰਖਾਂ ਦੀ। ਬੜੇ ਖੁਸ਼ ਹੋਏ, ਕਹਿੰਦੇ ਵੀ ਆ ਬਹੁਤ ਵਧੀਆ ਕਾਰਜ ਕੀਤਾ ਏ, ਜਿਹੜਾ 150 ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਤੁਸੀਂ ਗੁਰੂ ਵਾਲੇ ਬਣਾਇਆ ਏ। ਇਹ ਉੱਥੇ ਵੀ ਤੇ ਉਦੋਂ ਬਾਅਦ ਵਿੱਚ ਵੀ ਸੰਤ ਬਾਬਾ ਗੁਰਬਖਸ਼ ਸਿੰਘ ਜੀ ਵੀ ਅੰਮ੍ਰਿਤ ਸੰਚਾਰ ਬਹੁਤ ਕਰਾਉਂਦੇ ਸੀਗੇ, ਤੇ ਬਹੁਤ ਪ੍ਰਾਣੀਆਂ ਨੂੰ ਪ੍ਰੇਰ ਕੇ ਤੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਂਦੇ ਸੀਗੇ। ਸੋ ਆਪਣੇ ਨਗਰ ਵਿੱਚ ਵੀ ਬਹੁਤ ਜਦੋਂ ਆਏ ਆ ਤੇ ਬੜੇ ਜਾਣਿਆਂ ਨੂੰ ਮਹਾਂਪੁਰਖਾਂ ਨੇ ਗੁਰੂ ਵਾਲੇ ਬਣਾਇਆ ਏ। ਕਿ ਮੈਨੂੰ ਮੇਰੀ ਦਾਦੀ ਜੀ ਨੇ ਦੱਸਿਆ, ਮਾਤਾ ਜੀਤ ਕੌਰ ਨੇ, ਉਹ ਕਹਿਣ ਲੱਗੇ ਸਾਡਾ ਪੜਦਾਦਾ ਸੀ ਨਾ, ਉਹਨੇ ਵੀ ਬਾਪੂ ਚੂੜ ਸਿੰਘ ਨੰਬਰਦਾਰ ਨੇ, ਉਹਨੇ ਵੀ ਅੰਮ੍ਰਿਤ ਛਕਿਆ ਸੀ ਬਾਬਿਆਂ ਦੇ ਕੋਲੋਂ। ਬਾਬੇ ਅੰਮ੍ਰਿਤ ਸੰਚਾਰ ਇੱਥੇ ਵੀ ਕਰਾਉਂਦੇ ਸੀਗੇ, ਤੇ ਬਾਹਰ ਵੀ ਜਿੱਥੇ ਜਾ ਕੇ ਦੀਵਾਨ ਸਜਾਉਂਦੇ ਉੱਥੇ ਅੰਮ੍ਰਿਤ ਸੰਚਾਰ ਜ਼ਰੂਰ ਕਰਦੇ। ਜਿੱਥੇ ਵੀ ਦੀਵਾਨ ਸਜਾਉਂਦੇ ਆ, ਜਿੱਥੇ ਵੀ ਕੋਈ ਸਮਾਗਮ ਹੁੰਦਾ ਹੈ ਨਾ, ਉੱਥੇ ਅੰਮ੍ਰਿਤ ਸੰਚਾਰ ਜ਼ਰੂਰ ਕਰਦੇ ਸੀਗੇ। ਹੁਣ ਵੀ ਜਦੋਂ ਸਮਾਗਮ ਹੁੰਦੇ ਨਾ ਪਿੰਡਾਂ ਵਿੱਚ, ਨਾਲ ਅੰਮ੍ਰਿਤ ਸੰਚਾਰ ਜਿਹੜਾ ਉਹ ਪੱਕਾ ਹੁੰਦਾ ਹੈ। ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਜਾਂਦਾ ਹੈ, ਪ੍ਰਾਣੀਆਂ ਨੂੰ ਗੁਰੂ ਦੇ ਜਹਾਜ਼ੇ ਚੜਾਇਆ ਜਾਂਦਾ ਹੈ। ਤੇ ਹੁਣ ਜਿੱਥੇ ਸਮਾਗਮ ਕਰਾ ਲੈਣਾ ਤੇ ਮਗਰੋਂ ਕੁਝ ਵੀ ਨਹੀਂ ਕਰਨਾ, ਉਹ ਪਿੱਛੋਂ ਫਿਰ ਫਲ ਕੀ ਪਤਾ ਲੱਗਿਆ ਕਿ ਪਿੱਛੋਂ ਕੀ ਬਣਦਾ, ਤਾਂ ਫਾਇਦਾ ਕੀ ਹੈ ਕਰਾਉਣ ਦਾ। ਵੀ ਜਦੋਂ ਸਮਾਗਮ ਕਰਾਇਆ ਦਾ ਰਿਜ਼ਲਟ ਕੀ ਨਿਕਲਿਆ ਪਿੱਛੋਂ, ਵੀ ਆਪਾਂ ਸਮਾਗਮ ਕਰਾਉਂਦੇ ਉਹਦੇ ਵਿੱਚ ਕਿੰਨੀ ਸੰਗਤ ਗੁਰੂ ਨਾਲ ਜੁੜੀ ਹੈ, ਵੇਖਣਾ ਹੁੰਦਾ ਹੈ ਨਾ। ਸੋ ਇਸ ਕਰਕੇ ਹੁਣ ਆਪਣੇ ਨਗਰ ਵੀ ਜਦੋਂ ਸਮਾਗਮ ਹੋਵੇ ਨਾਲ ਹੀ ਅੰਮ੍ਰਿਤ ਸੰਚਾਰ ਹੁੰਦਾ ਹੈ ਨਾ। ਸੋ ਇੱਦਾਂ ਹੀ ਮਹਾਂਪੁਰਖ ਕਰਦੇ ਸੀ ਪਹਿਲਾਂ। ਬਾਬਾ ਅਤਰ ਸਿੰਘ ਜੀ ਵੀ ਇੱਦਾਂ ਹੀ ਕਰਦੇ, ਤੇ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਵੀ ਸਾਰੀ ਜ਼ਿੰਦਗੀ ਇੱਦਾਂ ਹੀ ਕਰਦੇ ਰਹੇ, ਤੇ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਕਰਕੇ ਮਨੁੱਖਾਂ ਨੂੰ ਮਨੁੱਖੀ ਜੀਵਨ ਜਿਹੜਾ ਉਹ ਸਫਲ ਕਰਨ ਦੀ ਜਾਂਚ ਦੱਸਦੇ ਰਹੇ। ਸੋ ਇੱਥੋਂ ਤੱਕ ਦਾ ਜੋ ਇਤਿਹਾਸ ਹੈ ਮਹਾਂਪੁਰਖਾਂ ਦੇ ਜੀਵਨ ਦਾ, ਆਪ ਜੀ ਨੇ ਅੱਜ ਸਰਵਣ ਕੀਤਾ ਹੈ। ਬਾਕੀ ਦਾ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।